ਤਾਂ ਹੁਣ ਤੁਹਾਨੂੰ ਕੁਝ ਹੋਰ ਖਬਰਾਂ ਦੇ ਨਾਲ ਰੂਬਰੂ ਕਰਾ ਦਿੰਦੇ ਹਾਂ। ਵੱਡੀ ਖਬਰ ਇੰਟਰਸਟੇਟ ਬੱਸ ਸਰਵਿਸ ਦੇ ਨਾਲ ਜੁੜੀ ਹੋਈ ਹੈ। ਤਾਂ ਪੰਜਾਬ ਦੇ ਵਿੱਚ ਇੰਟਰਸਟੇਟ ਬੱਸ ਸਰਵਿਸ ਇੱਕ ਵਾਰ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ। ਕਰੀਬ 7 ਮਹੀਨਿਆਂ ਬਾਅਦ ਬਹਾਲ ਹੋ ਚੁੱਕੀ ਹੈ ਬੱਸ ਸੇਵਾ ਔਰ ਪੰਜਾਬ ਤੋਂ ਦੂਜੇ ਸੂਬਿਆਂ ਦੇ ਲਈ ਹੁਣ ਬੱਸਾਂ ਰਵਾਨਾ ਹੋ ਸਕਣਗੀਆਂ। ਹਰਿਆਣਾ, ਹਿਮਾਚਲ, ਚੰਡੀਗੜ੍ਹ ਦੇ ਲਈ ਬੱਸਾਂ ਹੁਣ ਚੱਲ ਸਕਣਗੀਆਂ। ਦਿੱਲੀ, ਰਾਜਸਥਾਨ, ਜੰਮੂ ਕਸ਼ਮੀਰ ਲਈ ਬੱਸ ਸਰਵਿਸ ਜਿਹੜੀ ਹੈ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ। ਤੇ ਕਰੋਨਾ ਕਾਲ ਦੇ ਇਸ 7 ਮਹੀਨਿਆਂ ਦੇ ਵਿੱਚ ਬੱਸ ਸਰਵਿਸ ਜਿਹੜੀ ਹੈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਸੀ, ਜਿਸ ਤੋਂ ਬਾਅਦ ਰੋਡਵੇਜ਼ ਨੂੰ ਵੀ ਇਸ ਦਾ ਭਾਰੀ ਨੁਕਸਾਨ ਔਰ ਖਾਮੀਆਂ ਭੁਗਤਣਾ ਪਈਆਂ। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਵੀ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਰ ਹੁਣ 7 ਮਹੀਨਿਆਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਬੱਸ ਸੇਵਾ ਜਿਹੜੀ ਹੈ ਉਹ ਬਹਾਲ ਹੋ ਚੁੱਕੀ ਹੈ ਔਰ ਦੂਜੇ ਸੂਬਿਆਂ ਵਾਸਤੇ ਹੁਣ ਪੰਜਾਬ ਤੋਂ ਬੱਸਾਂ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ, ਜਿਨ੍ਹਾਂ ਦੇ ਵਿੱਚ ਹਰਿਆਣਾ, ਹਿਮਾਚਲ, ਚੰਡੀਗੜ੍ਹ ਵੀ ਸ਼ਾਮਿਲ ਹੈ। ਇਸ ਦੇ ਨਾਲ ਦਿੱਲੀ, ਰਾਜਸਥਾਨ ਔਰ ਜੰਮੂ ਕਸ਼ਮੀਰ ਦੇ ਲਈ ਵੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਤੋਂ ਇੰਟਰਸਟੇਟ ਮੂਵਮੈਂਟ ਜਿਹੜੀ ਬੱਸਿਸ ਦੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ। ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ, ਜਿਹਦੇ ਵਿੱਚ ਹੁਣ ਕੋਵਿਡ ਦੇ ਚੱਲਦੇ ਜਿਹੜੀ ਬੱਸ ਸਰਵਿਸਿਜ਼ ਨੂੰ ਰੋਕਿਆ ਗਿਆ ਸੀਗਾ, ਕਿਉਂਕਿ ਜਿਹੜੀ ਸਿਚੁਏਸ਼ਨ ਚੱਲ ਰਹੀ ਸੀ, ਐਕਸਟਰਾ ਆਰਡੀਨਰੀ ਜਿਹੜੀ ਸਿਚੁਏਸ਼ਨ ਚੱਲ ਰਹੀ ਸੀ, ਉਹਨੂੰ ਵੇਖਦੇ ਹੋਏ ਇਹ ਜਿਹੜੀ ਬੱਸ ਦੀ ਇੰਟਰਸਟੇਟ ਜਿਹੜੀ ਬੱਸ ਮੂਵਮੈਂਟ ਸੀਗੀ, ਆਪਰੇਸ਼ਨ ਜਿਹੜਾ ਸੀਗਾ ਉਹਨੂੰ ਬੰਦ ਕਰ ਦਿੱਤਾ ਸੀਗਾ। ਲੇਕਿਨ ਹੁਣ ਇਹ ਧੀਰੇ ਧੀਰੇ ਜਿਹੜੀ ਚੀਜ਼ਾਂ ਖੋਲੀ ਗਈ ਹੈ, ਹੁਣ ਇੰਟਰਸਟੇਟ ਦੀ ਜਿਹੜੀ ਆਪਰੇਸ਼ਨ ਹੈ ਉਹ ਵੀ ਸ਼ੁਰੂ ਕਰ ਦਿੱਤਾ ਗਿਆ, ਤੁਸੀਂ ਵੇਖ ਸਕਦੇ ਹੋ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਉਹ ਵੀ ਸ਼ਰਤਾਂ ਨਾਲ ਕਿ ਪੂਰਾ ਸੈਨੀਟਾਈਜ਼ ਜਿਹੜਾ ਹੈਗਾ ਜਾਂ ਫਿਰ ਹੋਰ ਜਿਹੜੇ ਪੈਸੇਂਜਰ ਨੇ ਪੂਰੀ ਤਰੀਕੇ ਨਾਲ ਉਹਨਾਂ ਨਾਲ ਜਿਹੜੀ ਦੂਰੀ ਹੈ, ਜਿਹੜੀ ਸੋਸ਼ਲ ਡਿਸਟੈਂਸਿੰਗ ਹੈ ਜਾਂ ਫਿਰ ਕਿੰਨੇ ਪਰਸੈਂਟ, ਇਹ ਪੂਰਾ ਪ੍ਰੋਟੋਕਾਲ ਦੇ ਨਾਲ ਜਿਹੜੀ SOP ਜਿਹੜੀ ਤਿਆਰ ਕੀਤੀ ਹੈ ਉਹਦੇ ਵਿੱਚ ਇਹ ਜਿਹੜੀ ਸਰਵਿਸ ਹੈ ਉਹ ਸ਼ੁਰੂ ਕਰ ਦਿੱਤੀ ਹੈ। ਲੋਕਾਂ ਨੂੰ ਵੀ ਸਾਫ਼ ਤੌਰ ਤੇ ਪ੍ਰੀਕਾਸ਼ਨੀ ਜਾਂ ਫਿਰ ਲੋਕਾਂ ਨੂੰ ਵੀ ਅਵੇਅਰ ਕਰਨ ਦੀ ਗੱਲ ਕੀਤੀ ਹੈ। ਤੇ ਸੈਨੀਟਾਈਜ਼ ਜਿਸ ਤਰ੍ਹਾਂ ਪਹਿਲਾਂ ਜਿਹੜੀ ਕੋਈ ਵੀ ਪੈਸੇਂਜਰ ਚੜ੍ਹਦਾ ਹੈ, ਕਿਸੇ ਵੀ ਥਾਂ ਤੇ ਜਾਂਦਾ ਹੈ, ਉਸ ਤੋਂ ਬਾਅਦ ਇਹ ਸੈਨੀਟਾਈਜ਼ ਹੋਏਗਾ। ਤੁਸੀਂ ਵੇਖ ਸਕਦੇ ਹੋ ਇਹ PRTC ਦੀ ਬੱਸ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ, ਉਸ ਤੋਂ ਬਾਅਦ ਇਹ ਆਪਣੇ ਰੂਟ ਤੇ ਚੱਲੂਗੀ। ਉਸ ਤੋਂ ਬਾਅਦ ਉੱਥੇ ਜੇ ਖਾਲੀ ਹੁੰਦੀ ਹੈ ਫਿਰ ਸੈਨੀਟਾਈਜ਼ ਹੋ ਕੇ ਇਹ ਦੁਬਾਰਾ ਜਿਹੜਾ ਹੈ ਉਹ ਮੂਵਮੈਂਟ ਸ਼ੁਰੂ ਕਰੂਗੀ। ਸਾਡੇ ਨਾਲ ਅਧਿਕਾਰੀ ਨੇ ਸਰ, ਇਹ ਹੁਣ ਦੁਬਾਰਾ ਤੋਂ ਸ਼ੁਰੂ ਕਰ ਦਿੱਤੀ ਹੈ ਮੂਵਮੈਂਟ, ਕਿਸ ਤਰ੍ਹਾਂ ਦੀ ਪ੍ਰੀਕਾਸ਼ਨ, ਕਿਉਂਕਿ ਆਬਵੀਅਸ ਸਾਵਧਾਨੀ ਹਜੇ ਕੋਰੋਨਾ ਖਤਮ ਨਹੀਂ ਹੋਇਆ ਜੀ ਬਸ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਹੈ ਬੱਸ ਸੈਨੀਟਾਈਜ਼ ਹੋਣੀ ਚਾਹੀਦੀ ਹੈ। ਸਵਾਰੀ ਹੈ ਜਿਹੜੇ ਪੈਸੇਂਜਰਾਂ ਵਿੱਚ ਸਫ਼ਰ ਕਰਨਗੇ, ਹਰ ਇੱਕ ਪੈਸੇਂਜਰ ਦੇ ਅਸੀਂ ਰਿਕੁਐਸਟ ਕਰਦੇ ਹਾਂ ਉਹਨਾਂ ਨੂੰ ਵੀ ਆਪਣਾ ਮਾਸਕ ਜਿਹੜਾ ਪਹਿਨ ਕੇ ਹੀ ਬੈਠਿਆ ਜਾਵੇ। ਸਰ ਹੁਣ ਸੈਨੀਟਾਈਜ਼ ਕਿਸ ਤਰ੍ਹਾਂ, ਤੁਸੀਂ ਮੂਵਮੈਂਟ ਕਿਸ ਤਰ੍ਹਾਂ ਕਰੋਗੇ ਕਿ ਇੱਕ ਥਾਂ ਤੇ ਰੁਕੀਏ ਉਹ ਸੈਨੀਟਾਈਜ਼ ਹੋਏਗਾ, ਕਿਸ ਤਰ੍ਹਾਂ ਦਾ ਤੁਹਾਡਾ ਇਹ ਪ੍ਰੋਟੋਕਾਲ? ਸਾਡਾ ਜੀ ਜਿੱਦਾਂ ਹੁਣ ਪਟਿਆਲੇ ਤੋਂ ਬੱਸ ਚੱਲ ਕੇ ਆਈ ਹੈ, ਇਹ ਸਵਾਰੀਆਂ ਇਹਨੇ ਖਾਲੀ ਕਰਤੀਆਂ 43 ਆ ਕੇ, ਇੱਥੇ ਆ ਕੇ ਸੈਨੀਟਾਈਜ਼ ਕਰਾ ਰਹੇ ਹਾਂ ਅਸੀਂ। ਠੀਕ ਹੈ ਜੀ, ਜਦੋਂ ਫਿਰ 43 ਜਾਏਗੀ ਸਵਾਰੀਆਂ ਲੈ ਕੇ ਪਟਿਆਲੇ, ਫਿਰ ਸਾਡਾ ਸੈਨੀਟਾਈਜ਼ ਹੋ ਕੇ ਆਏਗੀ ਇੱਥੋਂ ਬਸ। ਸਰ ਕੁਝ ਪਰਸੈਂਟ ਦਾ ਵੀ ਹਿਸਾਬ ਹੈ, ਕੁਝ 50% ਜਾਂ ਸੋਸ਼ਲ ਡਿਸਟੈਂਸਿੰਗ ਦਾ ਕਿਸ ਤਰ੍ਹਾਂ? ਨਹੀਂ, ਹੁਣ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਫੁੱਲ ਜਿਹੜੀ ਕਪੈਸਿਟੀ ਦੇ ਹਿਸਾਬ ਨਾਲ ਸਵਾਰੀਆਂ ਸੀ। ਬਿਲਕੁਲ ਸਾਫ਼ ਤੌਰ ਤੇ ਜਿੱਦਾਂ ਸਰ ਨੇ ਦੱਸਿਆ ਕਿ ਸੈਨੀਟਾਈਜ਼ ਜਿਹੜਾ ਹੈ, ਕੋਈ ਵੀ ਜਿਹੜੀ ਕਿਸੇ ਵੀ ਰੂਟ ਤੇ ਗੱਡੀ ਆਉਂਦੀ ਹੈ, ਕਿਸੇ ਵੀ ਰੂਟ ਤੇ ਜਿਹੜੀ ਹੈ ਕੋਈ ਵੀ ਬੱਸ ਸਰਵਿਸ ਆਉਂਦੀ ਹੈ, ਉੱਥੇ ਖਾਲੀ ਕਰਨ ਤੋਂ ਬਾਅਦ ਇਹ ਪੂਰਾ ਸੈਨੀਟਾਈਜ਼ ਜਿਹੜਾ ਹੈ ਉਹ ਕੀਤਾ ਜਾਊਗਾ। ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਰਿਸਕ ਜਿਹੜਾ ਹੈ ਉਹ ਨਹੀਂ ਲਿੱਤਾ ਜਾਏਗਾ। ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਹੁਣ ਜਿਹੜਾ ਕਰੋਨਾ ਖਤਮ ਨਹੀਂ ਹੋਇਆ, ਇਸ ਕਰਕੇ ਲੋਕਾਂ ਨੂੰ ਵੀ ਸਾਫ਼ ਤੌਰ ਤੇ ਹਿਦਾਇਤਾਂ ਨੇ, ਲੋਕਾਂ ਨੂੰ ਵੀ ਇਹ ਅਵੇਅਰ ਕਰਨ ਦੀ ਲੋੜ ਹੈ ਕਿ ਬਈ ਜਿਹੜਾ ਸੋਸ਼ਲ ਡਿਸਟੈਂਸਿੰਗ ਦੇ ਨਾਲ ਨਾਲ ਖੁਦ ਮਾਸਕ ਜਾਂ ਫਿਰ ਹੋਰ ਜਿਹੜੀ ਵੀ ਪ੍ਰੀਕਾਸ਼ਨੀ ਹੈ ਉਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਟਾਈਮ ਵੀ ਜਿਹੜਾ ਪ੍ਰੀਕਾਸ਼ਨੀ ਹੈ, ਜਿਹੜਾ ਸਾਵਧਾਨੀ ਹੈ ਉਹ ਜ਼ਰੂਰ ਵਰਤੋ। ਚੰਡੀਗੜ੍ਹ ਤੋਂ ਕੈਮਰਾਮੈਨ ਵਿਨੋਦ ਕੁਮਾਰ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ। ਤੇ ਪ੍ਰੋਪਰ ਸੈਨੀਟਾਈਜੇਸ਼ਨ ਦਾ ਧਿਆਨ ਰੱਖਿਆ ਜਾ ਰਿਹਾ ਬੱਸਾਂ ਦੇ ਵਿੱਚ ਔਰ ਇੱਕ ਵਾਰ ਫਿਰ ਤੋਂ ਇੰਟਰਸਟੇਟ ਬੱਸਾਂ ਦੇ ਬਹਾਲ ਹੋਣ ਦੇ ਨਾਲ ਆਮ ਯਾਤਰੀਆਂ ਨੂੰ ਬੇਸ਼ੱਕ ਸਹੂਲਤ ਹੋਵੇਗੀ। ਹੁਣ ਅੱਗੇ ਵਧਦੇ ਹਾਂ ਖਬਰ ਫਰੀਦਕੋਟ ਤੋਂ, ਜਿੱਥੇ ਕਿ ਸ਼ਰਾਬ ਦੇ ਠੇਕੇਦਾਰਾਂ ਨੂੰ ਸ਼ਾਇਦ ਹੁਣ ਕਾਨੂੰਨ ਦਾ ਖੌਫ ਹੀ ਨਹੀਂ ਰਿਹਾ, ਕਿਉਂਕਿ ਜੇਕਰ ਉਹਨਾਂ ਦੇ ਵਿੱਚ ਖੌਫ ਹੁੰਦਾ ਤਾਂ ਉਹ ਆਬਕਾਰੀ ਵਿਭਾਗ ਦੇ ਦਫ਼ਤਰ ਦੇ ਵਿੱਚ ਕੁੱਟਮਾਰ ਤੇ ਉਤਾਰੂ ਨਾ ਹੁੰਦੇ। ਜ਼ਰਾ ਇਹਨਾਂ ਤਸਵੀਰਾਂ ਨੂੰ ਗੌਰ ਦੇ ਨਾਲ ਵੇਖੋ। ਇਹ ਤਸਵੀਰਾਂ ਕਿਸੇ ਗਲੀ ਮੁਹੱਲੇ ਦੀਆਂ ਨਹੀਂ, ਇਹ ਤਸਵੀਰਾਂ ਨੇ ਸਰਕਾਰੀ ਦਫ਼ਤਰ ਦੀਆਂ। ਹੁਣ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਆਪਸ ਦੇ ਵਿੱਚ ਭਿੜਨ ਵਾਲੇ ਇਹ ਕੌਣ ਨੇ। ਦਰਅਸਲ ਇਹ ਸ਼ਰਾਬ ਦੇ ਉਹ ਠੇਕੇਦਾਰ ਨੇ ਜੋ ਸ਼ਾਇਦ ਕਾਨੂੰਨ ਆਪਣੇ ਠੇਂਗੇ ਤੇ ਰੱਖਦੇ ਨੇ। ਦਰਅਸਲ ਪੂਰੀ ਕਹਾਣੀ ਪੈਸਿਆਂ ਦੇ ਲੈਣ ਦੇਣ ਦੀ ਹੈ। ਥਾਂ ਫਰੀਦਕੋਟ ਦੇ ਸਹਾਇਕ ਕਮਿਸ਼ਨਰ ਆਬਕਾਰੀ ਵਿਭਾਗ ਦੇ ਦਫ਼ਤਰ ਦੀ ਸੀ, ਜਿੱਥੇ ਪੈਸਿਆਂ ਦੀ ਲੈਣ ਦੇਣ ਨੂੰ ਲੈ ਕੇ ਲੁਧਿਆਣਾ ਦੇ ਸ਼ਰਾਬ ਕਾਰੋਬਾਰੀ ਅਤੇ ਕੋਟਕਪੂਰਾ ਦੇ ਸ਼ਰਾਬ ਕਾਰੋਬਾਰੀ ਆਪਸ ਦੇ ਵਿੱਚ ਭਿੜ ਗਏ ਅਤੇ ਦੋਵੇਂ ਧਿਰਾਂ ਦੇ ਵਿੱਚ ਜੰਮ ਕੇ ਕੁੱਟਮਾਰ ਹੋਈ। ਇਸ ਝੜਪ ਦੇ ਵਿੱਚ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਦੋ ਧਿਰਾਂ ਦੇ ਵਿੱਚ ਹੋਏ ਝਗੜੇ ਨੂੰ ਲੈ ਕੇ ਦਫ਼ਤਰ ਦੇ ਮੁਲਾਜ਼ਮ ਚੁੱਪੀ ਵੱਟੇ ਹੋਏ ਨੇ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਫਤੀਸ਼ ਜਾਰੀ ਹੈ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ।
ਡੀਟੀ ਸਾਹਿਬ ਕੋਲੇ ਇਕੱਠੇ ਹੋਏ ਸੀਗੇ ਬਰਾੜ ਸਾਹਿਬ ਕੋਲੇ। ਉੱਥੇ ਇਹਨਾਂ 'ਚ ਇੱਕ ਧਿਰ ਉੱਥੇ ਬੈਠ ਕੇ ਵੀਡੀਓ ਹਿਡਨ ਕੈਮਰੇ ਨਾਲ ਬਣਾਉਣ ਲੱਗ ਗਈ, ਦੂਜੇ ਨੇ ਇਤਰਾਜ਼ ਕੀਤਾ ਤੇ ਉਸ ਗੱਲ ਤੇ ਇਹਨਾਂ ਦਾ ਆਪਸ ਵਿੱਚ ਹੱਥੋਂ ਪਾਈ ਹੋ ਗਏ। 2 ਜਣਿਆਂ ਦੇ ਸੱਟ ਪੇਟ ਲੱਗੀ ਹੈ, ਇੱਕ ਗੁਰਜੀਤ ਸਿੰਘ ਦੇ ਇੱਕ ਅਮਨਪ੍ਰੀਤ ਦੇ। ਲੜਾਈ ਦੌਰਾਨ ਜਿਹੜਾ ਗੁਰਜੀਤ ਸਿੰਘ ਆ ਇਹਦੀ ਪੱਗ ਉਤਰ ਗਈ ਸੀਗੀ, ਉਹ ਅਸੀਂ ਖੁਦ ਦੇਖਿਆ। ਤੇ ਦੂਸਰਾ ਅਸੀਂ ਇਹਨਾਂ ਦਾ ਲੜਾਈ ਝਗੜਾ ਹੋਣ ਦੇ ਦੌਰਾਨ ਹੀ ਅਸੀਂ ਪਹੁੰਚ ਗਏ ਸੀਗੇ, 3-4 ਜਣੇ ਉਹ 'ਚ ਰਾਉਂਡ ਅਪ ਵੀ ਕੀਤੇ ਆ। ਤੇ ਬਾਕੀ ਜਿਹੜੇ ਗੁਰਜੀਤ ਸਿੰਘ ਤੇ ਅਮਨਪ੍ਰੀਤ ਇਹਦੇ ਬਾਰੇ ਪਤਾ ਲੱਗਿਆ ਇਹ ਮੈਡੀਕਲ ਕਾਲਜ ਇਲਾਜ ਲਈ ਦਾਖਲ ਹੋ ਗਏ। ਬਹਿਰਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਮੁਲਜ਼ਮਾਂ ਉੱਤੇ ਕੀ ਕਾਰਵਾਈ ਹੁੰਦੀ ਹੈ, ਜਿਸ ਨਾਲ ਉਹ ਮੁੜ ਤੋਂ ਕਿਸੇ ਸਰਕਾਰੀ ਮਹਿਕਮੇ ਨੂੰ ਅਖਾੜੇ ਦੇ ਵਿੱਚ ਤਬਦੀਲ ਕਰਨ ਦੀ ਹਿੰਮਤ ਨਾ ਕਰ ਸਕਣ। ਬਠਿੰਡਾ ਤੋਂ ਸੂਰਜਪਾਨ, ਨਿਊਜ਼ 18 ਪੰਜਾਬ। ਅਗਲੀ ਖਬਰ ਫਾਜ਼ਿਲਕਾ ਤੋਂ ਆ ਰਹੀ ਹੈ, ਜਿੱਥੇ ਦੇ ਇੱਕ ਨੌਜਵਾਨ ਨੇ ਵਿਦੇਸ਼ੀ ਧਰਤੀ ਤੇ ਆਪਣੀ ਜਾਨ ਗਵਾ ਦਿੱਤੀ। ਦਰਅਸਲ ਪਰਵਿੰਦਰ ਨਾਂ ਦੇ ਇੱਕ ਨੌਜਵਾਨ ਦਾ ਮਨੀਲਾ ਦੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮੌਤ ਦੀ ਖਬਰ ਤੋਂ ਬਾਅਦ ਪੂਰੇ ਪਰਿਵਾਰ ਸਣੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਇਹ ਤਸਵੀਰਾਂ ਵਿਦੇਸ਼ੀ ਧਰਤੀ ਦੀਆਂ ਨੇ। ਇਸ ਧਰਤੀ ਤੇ ਪੰਜਾਬੀ ਕਿੰਨੇ ਕੁ ਸੁਰੱਖਿਅਤ ਨੇ ਖੁਦ ਬਿਆਨ ਕਰਦੀਆਂ ਨੇ। ਇਹ ਸੀਸੀਟੀਵੀ ਤਸਵੀਰਾਂ ਨੇ ਮਨੀਲਾ ਦੀਆਂ, ਜਿੱਥੇ ਫਾਜ਼ਿਲਕਾ ਦੇ ਪਿੰਡ ਚੱਕ ਜਾਨੀਸਾਰ ਦੇ ਨੌਜਵਾਨ ਦਾ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਰਵਿੰਦਰ ਸਿੰਘ ਦਾ ਪਿੱਛਾ ਕਰਦੇ 2 ਬਦਮਾਸ਼ ਆਉਂਦੇ ਨੇ। ਇੱਕ ਬਦਮਾਸ਼ ਮੋਟਰਸਾਈਕਲ ਤੋਂ ਉਤਰਦਾ ਹੈ, ਸਿੱਧੀ ਪਰਵਿੰਦਰ ਦੇ ਸਿਰ ਤੇ ਗੋਲੀ ਮਾਰਦਾ ਹੈ ਤੇ ਫਿਰ ਫਰਾਰ ਹੋ ਜਾਂਦਾ ਹੈ। ਤੇ ਫਾਜ਼ਿਲਕਾ ਦਾ ਨੌਜਵਾਨ ਗੋਲੀ ਲੱਗਣ ਤੋਂ ਬਾਅਦ ਹੇਠਾਂ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ। ਨੌਜਵਾਨ ਦੇ ਕਤਲ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ। 22 ਸਾਲ ਪਹਿਲਾਂ ਲੈਂਦੇ ਸੀ ਤੇ ਨਾਲ ਦੇ ਨੌਕਰ ਨੇ ਵੀ ਫੋਨ ਕੀਤਾ ਸਾਨੂੰ ਵੀ ਆਹ ਗੱਲ ਹੋ ਗਈ ਹੈ। ਗੱਡੀ ਚਲਾਉਂਦਾ ਸੀ ਡਰਾਈਵਰ ਨੇ ਫੋਨ ਕੀਤਾ। ਸ਼ਾਦੀशुदा ਹੈ, ਉਹਦੇ ਬੱਚਾ ਹੋਇਆ, 1.5 ਮਹੀਨੇ ਦਾ ਬੱਚਾ ਹੈ। ਬਹੁਤ ਨੌਂ ਦੀ ਕੋਈ ਸਿਆਸੀ ਲੀਡਰ ਨਹੀਂ ਆਇਆ। ਅਸੀਂ ਆਪ ਉਧਰੋਂ ਕਾਗਜ਼ ਬਣਾ ਕੇ ਬੱਚੇ ਡੈਡ ਬੋਡੀ ਲਿਆ ਰਹੇ ਹਾਂ। ਸਾਡੀ ਤਾਂ ਜੀ ਇਹੀ ਮੰਗ ਹੈ, ਸਾਡੇ ਬੱਚੇ ਨਾਲ ਤਾਂ ਹੋ ਗਿਆ, ਅਗਲੇ ਬੱਚਿਆਂ ਦਾ ਖਿਆਲ। ਪਰਿਵਾਰ ਮੁਤਾਬਕ ਪਰਵਿੰਦਰ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਕਰੀਬ 22 ਸਾਲ ਪਹਿਲਾਂ ਮਨੀਲਾ ਗਿਆ ਸੀ, ਜੋ ਕਿ ਫਾਈਨਾਂਸ ਦਾ ਉੱਥੇ ਕੰਮ ਕਰਦਾ ਸੀ। ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਿਮ ਗਿਆ ਤਾਂ 2 ਮੋਟਰਸਾਈਕਲ ਸਵਾਰਾਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਨੌਜਵਾਨ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਏ। ਪਰਿਵਾਰ ਦਾ ਕਹਿਣਾ ਹੈ ਕਿ ਨੌਜਵਾਨ ਦੀ ਲਾਸ਼ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਤੇ ਜੱਦੀ ਪਿੰਡ ਚੱਕ ਜਾਨੀਸਾਰ ਦੇ ਵਿੱਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ। ਉਹ ਬਸ ਕੰਮ ਤੇ ਗਏ ਸੀ ਜੀ, ਕਿਸੇ ਨੂੰ ਵੀ ਇਸ ਗੱਲ ਦਾ ਨਹੀਂ ਪਤਾ ਸੀਗਾ ਵੀ ਇਸ ਤਰ੍ਹਾਂ ਹੋ ਜਾਊਗਾ। ਬਸ 2 ਬੰਦੇ ਲੱਗਦੇ ਆ ਮਗਰ, ਜਿਮ ਦੇ ਵਿੱਚ ਵੀ ਮਗਰ ਗਏ, ਉਹ ਕੈਮਰਿਆਂ ਦੇ ਵਿੱਚੋਂ ਅਸੀਂ ਕਢਾਇਆ ਸਾਰਾ ਕੁਝ। ਫਿਰ ਗੁਰਦੁਆਰਾ ਸਾਹਿਬ ਗਏ, ਗੁਰਦੁਆਰਾ ਸਾਹਿਬ ਦੇ ਮਗਰ ਵੀ ਉਸੇ ਤਰ੍ਹਾਂ ਮੋਟਰਸਾਈਕਲ ਦੇ ਮਗਰ ਲੱਗੇ ਆਉਂਦੇ ਆ, ਗੱਡੀ ਦੇ ਮਗਰ ਮੋਟਰਸਾਈਕਲ ਤੇ 2 ਬੰਦੇ ਆ। ਗੁਰਦੁਆਰਾ ਸਾਹਿਬ ਤੋਂ ਵਾਪਸ ਆਪਣੇ ਕੰਮ ਤੇ ਹੀ ਚੱਲੇ ਸੀ, ਬਸ ਪਹਿਲੀ ਆਪਣੇ ਗਾਹਕ ਨਹੀਂ ਫੜਿਆ ਸੀਗਾ, ਗਾਹਕ ਦੇ ਬਸ ਪੈਸੇ ਤੇ ਸਾਈਨ ਕਰੀ ਜਾਂਦੇ ਸੀ ਪੈਸੇ। ਅਸੀਂ ਇਹ ਇਨਸਾਫ ਮੰਗਦੇ ਆ ਜੀ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਪੰਜਾਬ ਦੇ ਅਣਗਿਣਤ ਨੌਜਵਾਨ ਰੋਜ਼ੀ ਰੋਟੀ ਦੀ ਭਾਲ ਦੇ ਵਿੱਚ ਵਿਦੇਸ਼ੀ ਧਰਤੀ ਦਾ ਰੁਖ ਕਰ ਚੁੱਕੇ ਨੇ। ਇਸ ਤੋਂ ਪਹਿਲਾਂ ਵੀ ਕਈ ਨੌਜਵਾਨ ਅਜਿਹੀਆਂ ਵਾਰਦਾਤਾਂ ਦਾ ਸ਼ਿਕਾਰ ਹੋ ਗਏ ਨੇ, ਪਰ ਜਦੋਂ ਕਿਸੇ ਪਰਿਵਾਰ ਨੂੰ ਆਪਣੇ ਪੁੱਤ ਨਾਲ ਇਸ ਹਾਲਤ 'ਚ ਮਿਲਣਾ ਨਸੀਬ ਹੁੰਦਾ ਹੈ ਤਾਂ ਦਿਲ ਤੇ ਕੀ ਬੀਤਦਾ ਹੈ, ਇਸ ਦਰਦ ਨੂੰ ਉਸ ਪਰਿਵਾਰ ਤੋਂ ਵੱਧ ਕੇ ਕੋਈ ਨਹੀਂ ਸਮਝ ਸਕਦਾ। ਫਾਜ਼ਿਲਕਾ ਤੋਂ ਰਣਜੀਤ ਸਿੰਘ, ਨਿਊਜ਼ 18 ਪੰਜਾਬ।
ਉਧਰ ਕੋਰੋਨਾ ਕਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੇਬਰ ਪੰਜਾਬ ਦੀ ਆਪਣੇ ਸੂਬਿਆਂ ਨੂੰ ਪਰਤ ਗਈ, ਪਰ ਲੇਬਰ ਦੀ ਕਮੀ ਕਾਰਨ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਹੁਣ ਖੁਸ਼ ਨਜ਼ਰ ਆ ਰਹੇ ਨੇ। ਸਿੱਧੀ ਬਿਜਾਈ ਦਾ ਕਿਸਾਨਾਂ ਨੂੰ ਚੰਗਾ ਫਾਇਦਾ ਹੋਇਆ ਹੈ। ਕੋਰੋਨਾ ਮਹਾਮਾਰੀ ਫੈਲੀ ਤਾਂ ਪੰਜਾਬ ਤੋਂ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਨੂੰ ਪਰਤ ਗਏ। ਲੇਬਰ ਦੀ ਕਮੀ ਵਿਚਾਲੇ ਮਜਬੂਰਨ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ, ਜਿਹੜੀ ਕਿਸਾਨਾਂ ਲਈ ਬੇਹੱਦ ਲਾਹੇਵੰਦ ਵੀ ਸਾਬਿਤ ਹੋਈ ਹੈ। ਕਿਸਾਨਾਂ ਮੁਤਾਬਕ ਝਾੜ ਵੀ ਚੰਗਾ ਹੋਇਆ ਅਤੇ ਪਾਣੀ ਦੀ ਵੀ ਬਚਤ ਹੋਈ ਹੈ। ਮੈਂ 12 ਖੇਤ ਜਿਹੜੀ ਉਹ DSR ਦੇ ਨਾਲ ਐਤਕੀ ਬਿਜਾਈ ਕੀਤੀ ਸੀ, ਲੇਕਿਨ ਇਸ ਵੇਲੇ ਜਿਹੜੀ ਕਟਾਈ ਦੇ ਹਿਸਾਬ ਨਾਲ ਮੈਂ ਦੇਖ ਰਿਹਾ ਕਿ ਅੱਗੇ ਮੈਂ ਝੋਨਾ ਕੱਟਿਆ ਵੀ ਆ, ਉਹ ਦੂਸਰੇ ਦੇ ਮੁਕਾਬਲੇ ਜਿਹੜਾ ਉਹ 1.5 ਤੋਂ 2 ਕੁਆਂਟਲ ਉਹਦਾ ਝਾੜ ਵੱਧ ਨਿਕਲਿਆ। ਸਾਰੇ ਜ਼ਿਮੀਂਦਾਰਾਂ ਨੂੰ ਇਹ ਬੇਨਤੀ ਕਰਦਾ ਕਿ ਇਹ ਸਕੀਮ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪਾਣੀ ਦਾ ਬਚਤ ਹੋਊਗੀ, ਲੇਬਰ ਦੀ ਬਚਤ ਆ, ਖਾਸ ਕਰਕੇ ਬਿਜਲੀ ਬੋਰਡ ਦੀ ਵੀ ਬਿਜਲੀ ਬਹੁਤ ਬਚੂਗੀ ਇਹਦੇ ਨਾਲ। ਪਾਣੀ ਦਾ ਵੀ ਬਹੁਤ ਜ਼ਿਆਦਾ ਫਰਕ ਆ। ਇਹਨੂੰ ਪਹਿਲਾ ਪਾਣੀ ਅਸੀਂ 15 ਦਿਨ ਬਾਅਦ ਲਾਇਆ ਜੀ, ਜਿਹੜਾ ਘੇਰ ਕੇ ਲਾਇਆ DSR ਨਾਲ, ਤੇ ਇਹਨੂੰ 10 ਦਿਨ ਬਾਅਦ ਵੀ ਪਾਣੀ ਲੱਗ ਜੇ ਅੱਧੋ ਅੱਧੀ ਦਾ ਆਪਾਂ ਕਹਿ ਸਕਦੇ ਹਾਂ ਜੀ। ਖਰਚੇ ਦਾ ਵੀ ਫਰਕ ਆ। ਜੇ ਝੋਨਾ ਸਾਡਾ ਪਹਿਲਾਂ 30 ਕੁਆਂਟਲ ਤੋਂ ਨਹੀਂ ਵੱਧਦਾ, ਐਤਕੀ 33 ਕੁਆਂਟਲ ਤੋਂ ਉੱਪਰ ਨਿਕਲਿਆ ਜਿਹੜਾ ਅਸੀਂ ਬੀਜ ਕੇ ਲਾਇਆ ਜੀ ਘੇਰ। ਕਿਸਾਨਾਂ ਦਾ ਉਤਸ਼ਾਹ ਵਧਾਉਣ ਦੇ ਲਈ ਇਲਾਕੇ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਖੁਦ ਕਿਸਾਨਾਂ ਨੂੰ ਮਿਲਣ ਪੁੱਜੇ ਅਤੇ ਸਿੱਧੀ ਬਿਜਾਈ ਜ਼ਰੀਏ ਝੋਨੇ ਦੀ ਚੰਗੀ ਫਸਲ ਲੈਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ। ਮੈਂ ਵੀਰੇ ਨੂੰ ਸਨਮਾਨਿਤ ਕਰਨਾ ਚਾਹੁੰਦਾ ਕਿ ਇਹਦੀ ਯੀਲਡ ਬੜੀ ਅੱਛੀ ਆਈ ਹੈ ਔਰ ਇਹਦੀਆਂ ਪ੍ਰੈਕਟਿਸਿਸ ਬੜੀਆਂ ਅੱਛੀਆਂ। ਇਸ ਚੀਜ਼ ਨਾਲ ਬਾਕੀਆਂ ਨੂੰ ਹੌਸਲਾ ਮਿਲੇਗਾ ਔਰ ਅਗਲੇ ਸਾਲ ਦੀ ਤਿਆਰੀ ਕਰਾਂਗੇ ਕਿ ਕੀ ਸਾਡੇ ਕ੍ਰਿਸ਼ੀ ਵਿਭਾਗ ਨੂੰ, ਪੰਜਾਬ ਦੇ ਨੂੰ ਕੀ ਕਰਨਾ ਚਾਹੀਦਾ, ਕਿਵੇਂ ਫਾਰਮਰ ਨੂੰ ਐਜੂਕੇਟ ਕਰੀਏ ਔਰ ਕਿਵੇਂ ਉਹਦਾ ਫਾਰਮਰ ਲਾਹਾ ਲੈ ਸਕੇ। ਬਹੁਤ ਸਾਰੀਆਂ ਕਮੀਆਂ ਜਿਹੜੀਆਂ ਚੱਲ ਰਹੀਆਂ ਉਹ ਦੁਬਾਰਾ ਦੁਹਰਾਈਆਂ ਨਾ ਜਾਣ। ਹਾਲਾਂਕਿ ਲਗਾਤਾਰ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਦਾ ਰਿਹਾ ਹੈ, ਪਰ ਜਿਹੜਾ ਕੰਮ ਸਰਕਾਰਾਂ ਅਤੇ ਖੇਤੀਬਾੜੀ ਵਿਭਾਗ ਨਹੀਂ ਕਰ ਸਕੇ ਉਹ ਇਸ ਮੁਸ਼ਕਲ ਦੌਰ ਦੇ ਵਿੱਚ ਹੋ ਗਿਆ ਅਤੇ ਕਿਸਾਨ ਵੀ ਸਿੱਧੀ ਬਿਜਾਈ ਦੇ ਫਾਇਦਿਆਂ ਨੂੰ ਮੰਨ ਰਹੇ ਨੇ। ਕਪੂਰਥਲਾ ਤੋਂ ਜਗਜੀਤ ਤੰਜੂ, ਨਿਊਜ਼ 18 ਪੰਜਾਬ। ਹੁਣ ਖਬਰ ਗੜਸ਼ੰਕਰ ਤੋਂ, ਜਿੱਥੋਂ ਦੇ 65 ਸਾਲਾ ਮਹਿੰਦਰ ਸਿੰਘ ਢਿੱਲੋਂ ਪਿਛਲੇ ਕਈ ਸਾਲਾਂ ਤੋਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਆਪਣੀ 100 ਏਕੜ ਤੋਂ ਵੱਧ ਜ਼ਮੀਨ ਤੇ ਖੇਤੀ ਕਰ ਰਹੇ ਨੇ ਅਤੇ ਹੋਰਨਾਂ ਲਈ ਵੀ ਮਿਸਾਲ ਕਾਇਮ ਕਰ ਰਹੇ ਨੇ। ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਉਣ ਲਈ ਲਗਾਤਾਰ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਨ੍ਹਾਂ ਕਦਮਾਂ ਦੇ ਚੱਲਦੇ ਗੜਸ਼ੰਕਰ ਦੇ ਪਿੰਡ ਪੈਂਸਰਾ ਦਾ 65 ਸਾਲਾ ਮਹਿੰਦਰ ਪਿਛਲੇ ਕਈ ਸਾਲਾਂ ਤੋਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਆਪਣੀ 100 ਏਕੜ ਦੇ ਕਰੀਬ ਜ਼ਮੀਨ ਤੇ ਖੇਤੀ ਕਰ ਰਿਹਾ ਹੈ। ਮਹਿੰਦਰ ਸਿੰਘ ਪਰਾਲੀ ਨੂੰ ਬਿਨਾਂ ਜਲਾਏ ਕਣਕ ਦੀ ਸਿੱਧੀ ਬਿਜਾਈ ਕਰਕੇ ਨਾ ਸਿਰਫ ਵਾਤਾਵਰਣ ਨੂੰ ਸੁਥਰਾ ਰੱਖ ਰਿਹਾ ਹੈ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰੱਖ ਰਿਹਾ ਹੈ। ਨੇੜੇ ਤੇੜੇ ਦੇ ਹੋਰਨਾਂ ਕਿਸਾਨ ਵੀ ਮਹਿੰਦਰ ਤੋਂ ਪ੍ਰੇਰਿਤ ਹੋ ਕੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾ ਕੇ ਸੁਪਰ SMS ਰਾਹੀਂ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਹੈਬੀ ਸੀਡਰ ਦੀ ਮਦਦ ਦੇ ਨਾਲ ਕਣਕ ਦੀ ਸਿੱਧੀ ਬਿਜਾਈ ਕਰਦੇ ਹਨ। ਸੋਚਿਆ ਸੀ ਕਿ ਕੋਈ ਬਿਜ਼ਨਸ ਕਰਨਾ ਆ, ਫਿਰ ਸੋਚਿਆ ਕਿ ਘਰ ਦੀ ਥੋੜੀ ਜ਼ਮੀਨ ਵੀ ਹੈਗੀ ਆ ਕਿ ਉਹਨਾਂ ਖੇਤੀ ਦਾ ਧੰਦਾ ਸ਼ੁਰੂ ਕੀਤਾ ਜਾਵੇ। ਤੇ ਫਿਰ ਮੈਂ ਖੇਤੀ ਦਾ ਤਕਰੀਬਨ ਧੰਦਾ ਸ਼ੁਰੂ ਕੀਤਾ ਤਾਂ 5 ਕਿੱਲੇ ਤੋਂ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਵੱਧਦਾ ਗਿਆ ਤੇ ਹੁਣ ਇਸ ਵੇਲੇ ਤਕਰੀਬਨ 100 ਕਿੱਲੇ ਦੀ ਖੇਤੀ ਹੈਗੀ ਆ। ਸਾਰੀ ਤਰ੍ਹਾਂ ਦੀ ਫਸਲ ਬੀਜਦੇ ਆ, ਕਣਕ, ਝੋਨਾ, ਮਟਰ, ਆਲੂ, ਮੱਕੀ, ਕਮਾਦ, ਸਾਰੀ ਫਸਲ ਤਕਰੀਬਨ ਫਸਲ ਵਧੀਆ ਹੁੰਦੀ ਆ।